ਅੱਜ ਉਸ ਬਾਪ ਦੇ ਨਾਲ ਵੀ ਮੁਲਾਕਾਤ ਕਰਾਂਗੇ ਜਿਸ ਬਾਪ ਨੇ ਆਪਣੇ ਪੁੱਤ ਨੂੰ ਹੱਥਾਂ ਦੇ ਵਿੱਚ ਲਿਆ ਜਦੋਂ ਉਹਨਾਂ ਦੇ ਗੋਲੀ ਲੱਗਦੀ ਆ ਤੇ ਫਿਰ ਮੈਂ ਟੇਢਾ ਕੀਤਾ, ਉਹਦੀ ਪੱਗ ਡਿੱਗੀ ਪਈ ਸੀਗੀ। ਪੱਗ ਉਹਦੀ ਮੈਂ ਚੱਕ ਕੇ ਜ਼ਖਮ ਦੇ ਉੱਤੇ ਰੱਖੀ, ਸਾਰੀ ਆ ਗਈ। ਆਪਦੀ ਮੈਂ ਪੱਗ ਲਾਈ, ਦੋ ਰਾਂ ਦੂਰੀ ਕਰਕੇ ਦੋ ਰਾਂ ਮੈਂ ਟਪਾ ਕੇ ਕੁੱਟ ਕੇ ਮੈਂ ਬੰਨੀ। ਕਿ ਆਖਿਆ ਕਿ ਬਜ਼ੁਰਗ ਭੱਜ, ਗੋਲੀ ਹੁੰਦੀ ਹੈ। ਮੈਂ ਕਿਹਾ ਜਦੋਂ ਮੇਰੇ ਪੋਤਰੇ ਮਾਰਤੀ ਗੋਲੀ ਤੇ ਮੈਂ ਕੀ ਚੀਜ਼ ਆਉਣ ਦਿਓ। ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਮਿਲ ਕੇ ਗਏ? ਹਾਂਜੀ ਮਿਲ ਕੇ ਗਏ। ਇਹ ਵਾਅਦਾ ਵੀ ਕਰਕੇ ਗਏ? ਵਾਅਦਾ ਕਰਕੇ ਗਏ। ਇਹ ਨਾਂ ਵੀ ਲੈ ਕੇ ਗਏ ਵੀ ਬਾਦਲਾਂ ਦੀ ਕੋਠੀ ਕਣੀ ਪੜਾ? ਹਾਂਜੀ ਮੇਰੇ ਘਰੇ ਬਹਿ ਕੇ ਗਏ, ਮੇਰੇ ਘਰੇ ਗਏ ਸੀਗੇ। ਜੇ ਸਾਡਾ ਪੋਤੀ ਚਲਾ ਗਿਆ, ਪੈਸਾ ਸਾਨੂੰ ਕੀ ਦੇ ਦਿੱਤਾ ਇਹਨਾਂ ਨੇ? ਜਿਹੜੇ ਇਹਨਾਂ ਨੇ ਹੱਥ 'ਚ ਗੁਟਕਾ ਸਾਹਿਬ ਫੜ ਕੇ ਵਾਅਦੇ ਕੀਤੇ, ਉਹ ਵਾਅਦੇ ਲੋਕਾਂ ਨੇ ਮਤਲਬ ਸਿਰ ਮੱਥੇ ਲੈ ਕੇ ਇਹਨਾਂ ਨੂੰ ਵੋਟਾਂ ਪਾਤੀਆਂ, ਇਹਨਾਂ ਨੂੰ ਸਰਕਾਰ 'ਚ ਮਤਲਬ ਪਾਵਰ 'ਚ ਲਿਆਤਾ ਤੇ ਅੱਜ ਇਹ ਪਾਵਰ 'ਚ ਬਹਿ ਕੇ ਕਹਿੰਦੇ ਕੰਮ ਕੋਟਾਂ ਦਾ। ਬਗਰਾੜੀ ਦੀ ਡਿਕਟੇਟਰਸ਼ਿਪ ਜਿਹਦੇ ਹੱਥ ਸੀ, ਉਹਨੇ ਮਤਲਬ ਇੱਕ ਧਾਰਮਿਕ ਪੱਖ ਤੋਂ ਖੜ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ। ਜਿਹੜੀ ਸਰਕਾਰ ਗੁਟਕਾ ਸਾਹਿਬ ਹੱਥ 'ਚ ਫੜ ਕੇ ਬਣਾਈ, ਉਹ ਲੋਕਾਂ ਨਾਲ ਵਾਅਦੇ ਕਰਕੇ ਉਹਨਾਂ ਤੇ ਪੂਰੀ ਨਹੀਂ ਉਤਰੀ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਕੇ ਜਿਹੜੇ ਵਾਅਦੇ ਕਰਕੇ ਪੂਰੇ, ਉਹਨਾਂ ਤੇ ਵੀ ਨਹੀਂ ਉਤਰੇ ਉਹ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ ਇੱਕ ਵਾਰ ਫਿਰ ਹਾਜ਼ਰ ਹਾਂ ਬਾਬਲ ਕਲਾਂ 2015 ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਜੋ ਅਣਹੋਣੀ ਘਟਨਾ ਵਾਪਰਦੀ ਆ, ਇਹ ਨਹੀਂ ਹੋਣਾ ਚਾਹੀਦਾ ਸੀ। ਇੱਕ ਪਾਸੇ ਪੰਥਕ ਸਰਕਾਰ ਤੇ ਦੂਜੇ ਪਾਸੇ ਸਿੱਖਾਂ ਦਾ ਹੀ ਕਤਲ ਕੀਤਾ ਜਾਂਦਾ ਗਾ। ਪਿਛਲੇ ਮਹੀਨੇ ਵੀ ਅਸੀਂ ਇੱਥੋਂ ਇੱਕ ਸਟੋਰੀ ਕੀਤੀ ਸੀਗੀ, ਸਰਦਾਰ ਕ੍ਰਿਸ਼ਨ ਭਗਵਾਨ ਜੋ ਸ਼ਹੀਦ ਹੋਏ ਸੀ ਬਾਬਲ ਕਲਾਂ ਗੋਲੀकांड ਦੇ ਵਿੱਚ, ਉਹਨਾਂ ਦੇ ਸੁਪੁੱਤਰ ਸੁਖਰਾਜ ਸਿੰਘ ਦੇ ਨਾਲ। ਪਰ ਅੱਜ ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਪਰ ਅੱਜ ਉਸ ਬਾਪ ਦੇ ਨਾਲ ਵੀ ਮੁਲਾਕਾਤ ਕਰਾਂਗੇ ਜਿਸ ਬਾਪ ਨੇ ਆਪਣੇ ਪੁੱਤ ਨੂੰ ਹੱਥਾਂ ਦੇ ਵਿੱਚ ਲਿਆ ਜਦੋਂ ਉਹਨਾਂ ਦੇ ਗੋਲੀ ਲੱਗਦੀ ਆ ਤੇ ਹੱਥਾਂ ਦੇ ਵਿੱਚ ਹੀ ਸ਼ਹੀਦ ਹੁੰਦੇ ਨੇ ਸਰਦਾਰ ਕ੍ਰਿਸ਼ਨ ਭਗਵਾਨ, ਯਾਨੀ ਕਿ ਸੁਖਰਾਜ ਸਿੰਘ ਜੀ ਦੇ ਦਾਦਾ ਜੀ ਦੇ ਨਾਲ ਅੱਜ ਮੁਲਾਕਾਤ ਕਰਾਂਗੇ। ਅਸਲ ਦੇ ਵਿੱਚ 6 ਦੋਸ਼ੀ ਫੜੇ ਜਾਂਦੇ ਨੇ। ਇਹ 6 ਦੋਸ਼ੀ ਪਹਿਲਾਂ ਵਾਲੀਆਂ ਸਿੱਟਾਂ ਨੇ ਜਾਂ ਜੋ ਪਹਿਲਾਂ ਕਾਰਵਾਈ ਚੱਲ ਰਹੀ ਸੀ ਉੱਥੇ ਵੀ ਫੜੇ ਗਏ ਸੀ। ਉਦੋਂ ਬਾਅਦ ਇਹਨਾਂ ਨੂੰ ਕਲੀਨ ਚਿੱਟ ਵੀ ਮਿਲਦੀ ਆ। ਬੜਾ ਕੁਝ ਹੋ ਰਿਹਾ ਹੈਗਾ ਪੰਜਾਬ ਦੀ ਸਿਆਸਤ ਦੀ। ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੀ ਸਿਆਸਤ ਵੀ ਇਸ ਮਸਲੇ ਦੇ ਉੱਤੇ ਭਖੀ ਹੋਈ ਆ ਤੇ ਜਿਹੜੇ ਲੋਕ ਡੂੰਘੀ ਮੱਤ ਰੱਖਦੇ ਨੇ, ਡੂੰਘਾ ਸੋਚਦੇ ਨੇ, ਉਹਨਾਂ ਦਾ ਬਾਰ-ਬਾਰ ਇਹੀ ਕਹਿਣਾ ਗਾ ਵੀ ਸਿਆਸਤੀ ਲੋਕ, ਸਿਆਸਤਦਾਨ ਹਮੇਸ਼ਾ ਹੀ ਰੋਟੀਆਂ ਸੇਕਦੇ ਆਏ ਨੇ ਅਜਿਹੇ ਮੁੱਦਿਆਂ ਦੇ ਉੱਤੇ, ਚਾਹੇ ਉਹ 84 ਦਾ ਮੁੱਦਾ ਹੋਵੇ ਜਾਂ ਫਿਰ ਦੂਸਰੀ 84 ਜਿਹੜੀ ਬਾਬਲ ਕਲਾਂ ਜਾਂ ਕੋਟਕਪੁਰੇ ਵਰਤੀ ਆ। ਬਾਪੂ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ, ਅਸਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਲੋਕਾਂ ਦੇ ਵੀ ਉੱਤੇ ਮੂੰਹ ਦੇ ਉੱਤੇ ਇੱਕ ਚਪੇੜ ਆ। ਲੋਕਾਂ ਦੀ ਜਿਹੜੀ ਯਾਦਦਾਸ਼ਤ ਆ ਉਹ ਬਹੁਤ ਛੋਟੀ ਆ, ਲੋਕ ਬੜੀ ਛੇਤੀ ਗੱਲਾਂ ਭੁੱਲ ਜਾਂਦੇ ਆ। ਪਰ ਉਹ ਪਰਿਵਾਰ, ਜਿਹੜੇ ਪਰਿਵਾਰ ਇਹਨਾਂ ਗੱਲਾਂ ਵਿੱਚ ਦੀ ਜਾਂਦੇ ਆ, ਜਿਹੜੇ ਪਰਿਵਾਰਾਂ ਦੇ ਉੱਤੇ ਹੱਡਬੀਤੀ ਬੀਤਦੀ ਆ, ਉਹ ਪਰਿਵਾਰਾਂ ਨੂੰ ਹੀ ਯਾਦ ਹੁੰਦਾਗਾ ਤੇ ਉਹ ਪਰਿਵਾਰਾਂ ਦੀ ਮੁੜ ਕੇ ਸਾਰ ਵੀ ਨਹੀਂ ਲਈ ਜਾਂਦੀ। ਉਹ ਪਰਿਵਾਰਾਂ ਦੇ ਉੱਤੇ ਮੂੰਹ ਦੇ ਉੱਤੇ ਲੋਕ ਚਪੇੜਾ ਮਾਰਦੇ ਆ ਵੀ ਤੁਸੀਂ ਪੈਸੇ ਲੈ ਗਏ, ਤੁਸੀਂ ਵਿਕ ਗਏ, ਤੁਹਾਨੂੰ ਫੰਡਿੰਗ ਹੁੰਦੀ ਆ, ਬੜਾ ਕੁਛ ਆ। ਪਰ ਉਹ ਬਾਪ ਨੂੰ ਕਦੇ ਆ ਕੇ ਕਦੇ ਕਿਸੇ ਨੇ ਪੁੱਛਿਆਗਾ ਵੀ ਅਸਲ ਕਹਾਣੀ ਕੀ ਆ? ਉਹ ਬਾਪ ਜਦੋਂ ਅੱਖਾਂ ਬੰਦ ਕਰਕੇ ਰਾਤ ਨੂੰ ਬਹਿੰਦਾ ਹੋਵੇਗਾ, ਉਹਨੂੰ ਚੈਨ ਦੀ ਨੀਂਦ ਨਹੀਂ ਆਉਂਦੀ ਹੋਵੇਗੀ। ਗੱਲਬਾਤ ਕਰਾਂਗੇ ਬਾਪੂ ਜੀ ਦੇ ਨਾਲ, ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਰੀ ਗੱਲਬਾਤ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਬਾਪੂ ਜੀ ਠੀਕ ਠਾਕ ਹੋ? ਸਿਹਤ ਠੀਕ ਹੈ? ਹਾਂ ਠੀਕ ਹੈ ਜੀ। ਜੀ ਇਹੀ ਜਗ੍ਹਾ ਕੀ ਉਹ? ਵੈਸੇ ਮੈਨੂੰ ਵੀ ਨਹੀਂ ਪਤਾ, ਮੈਨੂੰ ਕੀ ਮੈਂ ਤੁਹਾਤੋਂ ਪੁੱਛਾਂ, ਹੈ ਨਾ? ਤੁਹਾਡਾ ਮਨ ਵੀ ਭਾਵੁਕ ਆ। ਪਹਿਲਾਂ ਵੀ ਬਾਈ ਸੁਖਰਾਜ ਨੇ ਦੱਸਿਆ ਵੀ ਬਾਪੂ ਜੀ ਨਹੀਂ ਗੱਲ ਕਰ ਸਕਣਗੇ। ਉਮੀਦ ਲੱਗਦੀ ਹੈ ਕੋਈ ਸਰਕਾਰਾਂ ਤੋਂ? ਕੋਈ ਉਮੀਦ ਲੱਗਦੀ ਹੈ ਕੋਈ ਜਿਹੜੀ ਨਵੀਂ ਸੈੱਟ ਬਣੀ ਆ ਉਹ ਤੋਂ ਉਮੀਦ ਲੱਗਦੀ ਹੈ ਕੋਈ? ਕੋਈ ਉਮੀਦ ਨਹੀਂ ਲੱਗਦੀ ਜੀ ਸਾਨੂੰ। ਇਹ ਜੀ ਪਿੱਛੋਂ ਤੋਂ ਲੈ ਕੇ 5-6 ਸਾਲ ਹੋ ਗਿਆ ਤੇ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ। ਇੱਥੇ ਜਦੋਂ ਮਹਾਰਾਜ ਦੀ ਬੇਅਬਦੀ ਹੋਈ ਹੈ, ਇੱਥੇ ਧਰਨੇ ਲੱਗੇ ਆ ਜੀ ਤੇ ਪਹਿਲਾਂ 13 ਨੂੰ ਲੱਗਿਆ ਜੀ ਤੇ 13 ਤੋਂ ਬਾਅਦ 14 ਨੂੰ ਫਿਰ ਅਸੀਂ ਇੱਧਰ ਲਾ ਲਿਆ ਜੀ, ਲਿੰਕ ਰੋਡ ਤੇ ਜੀ। ਇੱਥੇ ਜੀ ਕੀ ਹੋਇਆ, ਥੋੜ੍ਹੇ ਚਿਰ ਪਿੱਛੋਂ ਕੁਝ ਅਫਸਰ ਹੈ, ਮੈਂ ਨਾਂ ਤਾਂ ਉਹ ਜਾਣਦਾ ਨਹੀਂ, ਤੇ ਉਹਨਾਂ ਨੇ ਫਿਰ ਆ ਕੇ ਇਸ਼ਾਰਾ ਕੀਤਾ, ਲਾਠੀ ਚਾਰਜ ਕਰਤੀ ਤੇ ਲਾਠੀ ਚਾਰਜ ਤੋਂ ਬਾਅਦ ਉਹਨਾਂ ਨੇ ਗੋਲੀ ਸ਼ੁਰੂ ਕਰਤੀ ਤੇ ਮੇਰਾ ਬੱਚਾ ਲੰਗਰ ਲੈ ਕੇ ਆਇਆ ਸੀਗਾ ਇੱਕ ਦਿਨ ਪਹਿਲਾਂ ਵੀ, ਤੇ
ਉਹ ਦਿਨ 14 ਨੂੰ ਸੀ। ਉਹ ਲੰਗਰ ਛਕਾਈ ਜਾਂਦੇ ਸੀਗੇ, ਜੇ ਲਾਠੀਚਾਰਜ ਕਰਦੇ ਦੂਜੀ ਦੁਨੀਆ ਭੱਜ ਗਈ। ਇਹ ਫਿਰ ਜਿਹੜੇ ਬਰਤਨ ਸੀਗੇ ਉਹ ਚੱਕੀ ਜਾਂਦਾ ਸੀਗਾ। ਇੱਧਰੋਂ ਫਿਰ ਉਹਨੇ ਪੁਲਿਸ ਵਾਲਿਆਂ ਨੇ ਗੋਲੀ ਚਲਾ ਦਿੱਤੀ ਅਤੇ ਉਹ ਫੱਟੜ ਹੋ ਗਏ। ਅਤੇ ਮੈਂ ਵੀ ਇੱਥੇ ਕੋਲੇ ਮੌਜੂਦ ਸੀਗਾ। ਤੁਸੀਂ ਕੋਲੇ ਸੀਗੇ? ਕੋਲੇ ਸੀ। ਅਤੇ ਜਦੋਂ ਗੋਲੀ ਚਲੀ ਅਤੇ ਮੈਂ 4 ਕਦਮ ਐਨ ਭੱਜਿਆ ਅਤੇ ਮੈਨੂੰ ਨਹੀਂ ਉਦੋਂ ਪਤਾ ਲੱਗਿਆ ਵੀ ਗੋਲੀ ਮੇਰੇ ਪੋਤਰੇ ਵੱਜੀ। ਮੈਂ ਕਿਹਾ ਵੇਖੀਏ ਵੀ ਕ੍ਰਿਸ਼ਨ ਕਿੱਧਰ ਝੋਨੇ 'ਚ ਵੜ ਗਿਆ। ਜੇ ਮੈਂ ਵੇਖਿਆ ਤਾਂ ਉਹ ਡਿੱਗਿਆ ਪਿਆ। 5 ਕਦਮ ਮੈਂ ਗਿਆ ਸੀ ਆ ਕੇ ਅਤੇ ਮੈਂ ਫਿਰ ਹੁਣ ਚੱਕਿਆ, ਚੱਕ ਕੇ ਅਤੇ ਫਿਰ ਮੈਨੂੰ ਪੁੱਛਿਆ ਉਹਦਾ ਬਾਪੂ ਮੈਨੂੰ ਪਾਣੀ ਪਿਆ ਦੇ। ਹੁਣ ਪਾਣੀ ਦਾ ਗਲਾਸ ਪਿਆ। ਇੱਕ ਗਲਾਸ ਫਿਰ ਮੈਂ ਉਹ ਮੁੰਡਾ ਸਾਡੇ ਪਿੰਡ ਦਾ ਹੀ ਸੀਗਾ, ਫੱਟਰ ਹੋਇਆ, ਉਹਦੇ ਕੋਲ ਲੈ ਕੇ ਗਿਆ। ਉਹਨੇ ਇੱਕ ਘੁੱਟ ਮਸਾਂ ਲੰਘੀ ਉਹਦੇ। ਉਦੋਂ ਮੁੜ ਕੇ ਮੈਂ ਇੱਥੇ ਗੁਰਜੀਤ ਕੋਲੇ ਲੈ ਕੇ ਆਇਆ ਪਾਣੀ। ਜਦੋਂ ਮੈਂ ਗੁਰਜੀਤ ਕੋਲੇ ਆਇਆ ਤਾਂ ਉਹਦੀ ਖਰੋਬੜੀ ਚੱਕੀ ਪਈ ਸੀ। ਜਦੋਂ ਕੋਈ ਖਰੋਬੜੀ ਚੱਕੀ ਪਈ ਮੈਂ ਮੁੜ ਕੇ ਉੱਥੋਂ ਮੁੜਿਆ, ਮੇਰੇ ਇੱਥੋਂ ਗਲਾਸ ਛੁੱਟ ਗਿਆ। ਜਦੋਂ ਮੈਂ ਕਿਸੇ ਕੋਲ ਆਇਆ ਉਹ ਲਹੂ ਲੁਹਾਨ ਹੋਇਆ ਪਿਆ। ਫਿਰ ਮੈਂ ਟੇਢਾ ਕੀਤਾ, ਉਹਦੀ ਪੱਗ ਡਿੱਗੀ ਪਈ ਸੀਗੀ। ਪੱਗ ਉਹਦੀ ਮੈਂ ਚੱਕ ਕੇ ਜ਼ਖਮ ਦੇ ਉੱਤੇ ਰੱਖੀ, ਸਾਰੀ ਆ ਗਈ। ਆਪਦੀ ਮੈਂ ਪੱਗ ਲਾਈ, 2 ਰਾਂ ਦੂਰੀ ਕਰਕੇ 2 ਰਾਂ ਮੈਂ ਟਪਾ ਕੇ ਕੁੱਟ ਕੇ ਮੈਂ ਬੰਨੀ। ਅਤੇ ਫਿਰ ਮੈਂ ਦੂਜਿਆਂ ਨੂੰ ਆਵਾਜ਼ਾਂ ਮਾਰੀਆਂ ਕੋਈ ਆਵੇ ਨਾ। ਇੱਥੇ ਪੁਲਿਸ ਵਾਲਾ ਖੜਾ, ਆਲਾ ਗੋਲੀ ਹੁੰਦੀ ਮੈਂ ਆ ਜਾਂਦੇ। ਮੇਰੇ ਮੁੰਡੇ ਨੇ ਮਾਰੀ ਅਤੇ ਮੇਰੇ ਵੀ ਹੁੰਦੇ। ਇੰਨੀ ਗੱਲ ਜੀ। ਮੁੜ ਕੇ ਪਿੰਡ ਵਾਲਾ ਮੁੰਡਿਆਂ ਨੂੰ ਮੈਂ ਗਾਲਾਂ ਕੱਢੀਆਂ। ਫਿਰ ਉਹ 4-5 ਜਣੇ ਆਏ, ਫਿਰ ਚੱਕਿਆ ਸੀ। ਗੁਰਜੀਤ ਨੂੰ ਚੱਕਿਆ, ਫਿਰ ਮੁੰਡੇ ਨੂੰ ਦੂਜੇ ਨੂੰ ਚੱਕਿਆ, ਅਸੀਂ ਲੈ ਕੇ ਗਏ ਰੋਟੀਆਂ ਦੀ ਟਰਾਲੀ 'ਤੇ ਪਾ ਕੇ। ਮੈਂ ਬਾਪੂ ਜੀ ਇੱਕ ਹੋਰ ਗੱਲ ਪੁੱਛਣੀ, ਪੁਲਿਸ ਉਦੋਂ ਇੱਥੇ ਜਦੋਂ ਤੁਸੀਂ ਕ੍ਰਿਸ਼ਨ ਭਗਵਾਨ ਜੀ ਤੁਹਾਡੇ ਹੱਥਾਂ ਦੇ ਵਿੱਚ ਹੁੰਦੇ ਆ, ਬੁੱਕਲ ਦੇ ਵਿੱਚ ਹੁੰਦੇ ਆ, ਉਦੋਂ ਪੁਲਿਸ ਇੱਥੇ ਮੌਜੂਦ ਸੀ? ਇੱਥੇ ਸੀ ਜੀ, ਉਹ ਪਾਸੇ ਖੜੀ ਸੀ, ਉੱਥੇ ਖੜੀ ਸੀ। ਅਤੇ ਉਹਨਾਂ ਨੇ ਤੁਹਾਨੂੰ ਵੀ ਕੁਛ ਕਿਹਾ? ਨਹੀਂ, ਮੈਨੂੰ ਤਾਂ ਕਿਹੜਾ ਆਖਿਆ ਕਿ ਬਜ਼ੁਰਗ ਭੱਜ, ਗੋਲੀ ਹੁੰਦੀ ਹੈ। ਮੈਂ ਕਿਹਾ ਜਦੋਂ ਮੇਰੇ ਪੋਤਰੇ ਮਾਰਤੀ ਗੋਲੀ ਅਤੇ ਮੈਂ ਕੀ ਚੀਜ਼ ਹੈ ਆਉਣ ਦਿਓ। ਫਿਰ ਮੈਂ ਚੱਕਿਆ ਜੀ। ਸੋ ਜਿਹੜੇ ਲੋਕ ਇਹ ਦੇਖ ਰਹੇ ਹੋਣਗੇ, ਬਾਪੂ ਦੀਆਂ ਗੱਲਾਂ ਸੁਣ ਰਹੇ ਹੋਣਗੇ, ਪਹਿਲਾਂ ਵੀ ਸੁਣੀਆਂ ਹੋਣੀਆਂ, ਪਰ ਅਸੀਂ ਉਮੀਦ ਕਰਦੇ ਹਾਂ ਵੀ ਇਦੋਂ ਦੁਬਾਰਾ ਇਦੋਂ ਬਾਅਦ 'ਚ ਇਹ ਗੱਲ ਨਾ ਸੁਣਨ, ਯਾਦ ਰੱਖਣ ਇਹਨੂੰ ਜ਼ਿੰਦਗੀ ਭਰ। ਅਸੀਂ ਇਹ ਨਹੀਂ ਕਹਿੰਦੇ ਵੀ ਫਲਾਨੀ ਸਰਕਾਰ ਨੇ, ਫਲਾਨੇ ਬੰਦੇ ਨੇ ਬੇਅਦਬੀ ਕਰਵਾਈ, ਫਲਾਨੇ ਨੇ ਗੋਲੀ ਚਲਵਾਈ, ਪਰ ਇਹ ਅਸਲ ਦੇ ਵਿੱਚ ਹੋਣਾ ਨਹੀਂ ਚਾਹੀਦਾ ਸੀ। ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਇਹ ਧਰਤੀ ਦੇ ਉੱਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ। ਬਾਪੂ ਜੀ, ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਰਿਪੋਰਟ ਹੁੰਦੀ ਆ ਉਹ ਖਾਰਜ ਵੀ ਹੁੰਦੀ ਆ, ਤੁਹਾਨੂੰ ਸੁਖਰਾਜ ਦੱਸਦਾ ਹੋਊਗਾ ਸਾਰਾ ਕੁਝ। ਕੀ ਲੱਗਦਾ ਵੀ ਇਹ ਹੋ ਕੀ ਰਿਹਾ? ਵੋਟਾਂ ਖਾਤਰ ਹੋ ਰਿਹਾ, ਤੁਸੀਂ ਵੀ ਇਹੀ ਸੋਚਦੇ ਹੋ ਕਿ ਤੁਹਾਨੂੰ ਲੱਗਦਾਗਾ ਵੀ ਇਹ ਕੁਝ ਹੋਰ ਗੱਲ ਵਾਪਰ ਰਹੀ ਆ? ਜੀ ਅਸਲ ਤਾਂ ਵੋਟਾਂ ਕਰਕੇ ਹੋ ਰਿਹਾ ਵੀ ਵੋਟਾਂ ਕਰਕੇ ਇਹ ਸਿਲਸਿਲੇ ਖੇਡ ਰਹੇ ਆ। ਅੱਗੇ ਸਿਲਸਿਲਾ ਇਹਨੇ ਕੈਪਟਨ ਵੀ ਇਹੀ ਖੇਡਿਆ। ਸਭ ਮੇਰੇ ਕੋਲ ਆ ਕੇ ਬਹਿ ਕੇ ਉਹਨੇ ਆਖਿਆ ਵੀ ਬਾਪੂ ਜੀ ਮੈਨੂੰ ਕੀ ਬਣਾਓ ਅਤੇ ਮੈਂ ਇਹਦਾ ਫੈਸਲਾ ਲਊਂਗਾ। ਜਿਹੜੀਆਂ ਇਹ ਪੈੜਾਂ ਬਾਦਲ ਦੀ ਕੋਠੀ ਕਿ ਨਹੀਂ ਜਾਂਦੀਆਂ ਅਤੇ ਮੈਂ ਛੇਤੀ ਮਹੀਨੇ 'ਚ ਹੀ ਇਹਨੂੰ ਸਜ਼ਾ ਦਵਾਊਂ। ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਮਿਲ ਕੇ ਗਏ? ਹਾਂਜੀ, ਮਿਲ ਕੇ ਗਏ। ਇਹ ਵਾਅਦਾ ਵੀ ਕਰਕੇ ਗਏ? ਵਾਅਦਾ ਕਰਕੇ ਗਏ। ਇਹ ਨਾਂ ਵੀ ਲੈ ਕੇ ਗਏ ਵੀ ਬਾਦਲਾਂ ਦੀ ਕੋਠੀ ਕਣੀ ਨਹੀਂ ਪੈਣਾ? ਹਾਂਜੀ, ਮੇਰੇ ਘਰੇ ਬਹਿ ਕੇ ਗਏ, ਮੇਰੇ ਘਰੇ ਗਏ ਸੀਗੇ। ਤੇ ਹੁਣ ਕੀ ਸੋਚਦੇ ਹੋ ਕੈਪਟਨ ਅਮਰਿੰਦਰ ਬਾਰੇ? ਹੁਣ ਅਸੀਂ ਸੋਚਦੇ ਹਾਂ ਵੀ ਨਹੀਂ, ਕੋਈ ਇਨਸਾਫ ਹੀ ਨਹੀਂ ਸਾਨੂੰ ਦੇ ਰਹੇ। ਤੇ ਤੁਸੀਂ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਕਿਸੇ ਦੇ ਰਾਬਤਾ ਕਰਿਆ ਵੀ ਹੁਣ ਉਦੋਂ ਗੱਲ ਕੀ ਸੀ ਤੇ ਹੁਣ ਗੱਲ ਕੀ ਆ? ਉਹ ਜੀ ਆਖੀ ਜਾਂਦੇ, ਫਿਰ ਜਦੋਂ ਮੰਨਦੇ ਨਹੀਂ ਫਿਰ ਸਾਡਾ ਕੀ ਜ਼ੋਰ ਆ ਸਰਕਾਰ ਮੂਹਰੇ? ਸਾਡਾ ਕੋਈ ਜ਼ੋਰ ਨਹੀਂ ਸਰਕਾਰ ਮੂਹਰੇ। ਆਉਣ ਵਾਲੇ ਦਿਨਾਂ 'ਚ ਲੱਗਦਾ ਕੋਈ ਨਹੀਂ, ਕੋਈ ਸਾਨੂੰ ਨਹੀਂ ਲੱਗਦਾ ਜੀ ਵੀ ਇਹ ਇਨਸਾਫ ਸਾਨੂੰ ਦੇ ਦੇਣਗੇ। ਇਹ ਜੀ ਬਾਦਲ ਕੈਪਟਨ ਇੱਕ ਰਿਸ਼ਤੇਦਾਰੀ ਇਹਨਾਂ ਦੀ, ਇਹ ਬਸ ਉਧਰੋਂ ਦੀ ਆਪਦਾ ਕਰ ਰਹੇ ਆ। ਕਿਸੇ ਨੇ ਹੋਰ ਪਹੁੰਚ ਕਰਨ ਦੀ ਵੀ ਕੋਸ਼ਿਸ਼ ਕੀਤੀ ਹੋ? ਹੋਰ ਵੀ ਬੜਾ ਕੁਝ ਚੱਲਦਾ ਰਹਿੰਦਾ ਹੈਗਾ, ਉਹ ਵੀ ਹੋਇਆ ਹੈਗਾ? ਉਹ ਜੀ ਉਹ ਤਾਂ ਲੋਕ ਆਖੀ ਜਾਂਦੇ ਆ। ਉਹ ਤਾਂ ਹੁਣ ਇੱਥੇ ਜਦੋਂ ਬਗਰਾੜੀ ਮੋਰਚਾ ਲੱਗਿਆ ਸੀ ਉਦੋਂ ਵੀ ਆਖੀ ਜਾਂਦੇ ਸੀਗੇ ਇਹ ਪੈਸੇ ਲੈ ਕੇ ਚੁੱਪ ਕਰਕੇ ਬਹਿ ਗਏ। ਅਸੀਂ ਦੱਸੋ ਕੀ ਚੁੱਪ ਕਰਕੇ ਬੈਠੇ, ਕਿਸੇ ਨੂੰ ਕੀ ਲਿਆ ਪੈਸਾ? ਜੇ ਸਾਡਾ ਪੋਤੀ ਚਲਾ ਗਿਆ, ਪੈਸਾ ਸਾਨੂੰ ਕੀ ਦੇ ਦਿੱਤਾ ਇਹਨਾਂ ਨੇ? ਸਾਨੂੰ ਕੋਈ ਇਨਸਾਫ ਹੀ ਨਹੀਂ ਮਿਲਿਆ ਜੀ। ਬਾਈ ਸੁਖਰਾਜ ਨੇ ਸਾਡੇ ਨਾਲ, ਬਾਪੂ ਜੀ ਜ਼ਿਆਦਾ ਭਾਵੁਕ ਹੋ ਗਏ। ਬਾਈ ਕਿਵੇਂ ਲੱਗਦਾਗਾ ਉਹੀ 6 ਦੋਸ਼ੀ ਫੜੇ ਗਏ ਨੇ, ਦੁਬਾਰਾ ਪੁੱਛਗਿੱਛ ਹੋ ਰਹੀ ਆ? ਪਹਿਲਾਂ ਉਹਨਾਂ ਨੂੰ ਕਲੀਨ ਚਿੱਟ, ਪਹਿਲਾਂ ਵੀ ਫੜੇ ਗਏ ਸੀ, ਕਲੀਨ ਚਿੱਟ ਮਿਲੀ ਆ। ਹੋ ਕੀ ਰਿਹਾ? ਆਪਾਂ ਪਿਛਲੇ ਮਹੀਨੇ ਵੀ ਮਿਲੇ ਸੀ, ਆ ਮਹੀਨੇ ਦੇ ਵਿੱਚ ਕੁਝ ਹੋਇਆ? ਬਾਈ ਇਹ 'ਚ ਦੇਖੋ, ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਕੁਝ ਵੀ ਇਸ ਕਾਂਡ ਤੇ ਹੋ ਰਿਹਾ ਨਾ, ਕਈਆਂ ਨੂੰ ਤਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਇਨਵੈਸਟੀਗੇਸ਼ਨ ਕਿਵੇਂ ਹੋ ਰਹੀ ਹੈ। ਉਹਦੇ 'ਚ ਦੇਖੋ ਬੇਅਦਬੀ ਆ, ਉਹ ਇੱਕ ਅਲੱਗ ਉਹਦੇ ਤੇ ਜਾਂਚ ਕਰ ਰਹੇ ਆ।
ਬੇਅਦਬੀ ਤੇ ਜਾਂਚ ਆ ਜਿਹੜੀ ਉਹ ਅਲੱਗ ਕਰ ਰਹੇ ਆ। ਬੇਅਦਬੀ ਤੇ ਇੱਕ ਸੈੱਟ ਬਣੀ ਆ, ਉਹਨੇ ਕੱਲੀ ਬੇਅਦਬੀ ਦੇਖਣੀ ਆ ਵੀ ਕਿਹਨੇ ਕੀਤੀ ਆ। ਕੋਟਕਪੂਰੇ ਤੇ ਅਲੱਗ ਆ, ਜਿਹੜਾ ਕੋਟਕਪੂਰਾ ਗੋਲੀ ਕਾਂਡ ਹੁੰਦਾ, ਜਿਹੜੇ ਉਹ 'ਚ ਜ਼ਖਮੀ ਹੁੰਦੇ ਆ, ਉਹਦੇ ਤੇ ਉਹ ਲੱਭਣੇ ਆ ਵੀ ਉਹ ਤੇ ਜਿਹੜੇ ਜ਼ਖਮੀ ਹੋਏ ਆ ਕਿਹੜੇ ਪੁਲਿਸ ਵਾਲਿਆਂ ਦੇ ਕਹਿਣ ਤੇ ਜਾਂ ਕਿਹਦੇ ਤੇ ਜਾਂ ਕਿਹੜੇ ਅਫਸਰ ਦੇ ਅੰਡਰ ਗੋਲੀਆਂ ਚੱਲੀਆਂ। ਫਿਰ ਬਹਿਬਲ ਆਉਂਦਾ ਜਿਹੜਾ ਇੱਥੇ ਮਰਡਰ ਹੁੰਦੇ ਆ, ਮੇਰੇ ਬਾਪੂ ਦੀ ਸ਼ਹੀਦੀ ਹੁੰਦੀ ਆ, ਦੂਸਰਾ ਗੁਰਜੀਤ ਵੀਰ ਆ, ਤੀਸਰਾ ਇੱਕ ਮੁੰਡਾ ਹੋਰ ਆ ਉਹ ਜ਼ਖਮੀ ਹੁੰਦਾ। ਸੋ ਇਹ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਕਿੱਥੇ ਜੇ ਆਪਾਂ ਖੜੇ ਹਾਂ ਅੱਜ। 4.5 ਸਾਲ ਦਾ ਸਮਾਂ ਇਹ ਸਰਕਾਰ ਨੇ ਸਾਨੂੰ ਇੰਨੀ ਕੁ ਦੁਬਿਧਾ ਦੇ ਵਿੱਚ ਲੰਘਾਤਾ। ਜੇ ਬੇਅਦਬੀ ਮਤਲਬ ਗੋਲੀ ਕਾਂਡ ਤੇ ਕੋਈ ਐਕਸ਼ਨ ਲਿਆ ਜਾਂਦਾ ਨਾ ਸਰਕਾਰ ਵੱਲੋਂ, ਉਹਦੀ ਕੋਈ ਸੈੱਟ ਦੀ ਕੋਈ ਰਿਪੋਰਟ ਖਾਰਜ ਕੀਤੀ ਜਾਂਦੀ ਆ ਤਾਂ ਬੇਅਦਬੀ ਵਾਲਾ ਮੁੱਦਾ ਛਾਲ ਦਿੰਦੇ ਆ, ਉਹ ਸੈੱਟ ਨੂੰ ਐਕਟਿਵ ਕਰ ਦਿੰਦੇ ਆ। ਉਹ 4 ਬੰਦੇ ਫੜ ਕੇ 5 ਬੰਦੇ ਉਹਨਾਂ ਨੂੰ ਹੀ 5-4 ਉਹਨਾਂ ਨੂੰ ਹੀ ਫੜਦੇ ਆ ਜਿਹੜੇ ਪਹਿਲੀ ਵਾਰੀ ਇਹਨਾਂ ਨੇ ਫੜੇ ਆ। ਉਸ ਤੋਂ ਅੱਗੇ ਕਹਾਣੀ ਨਹੀਂ ਜਾਂਦੀ ਆ। ਉਹ 5-4 ਨੂੰ ਫੜ ਕੇ ਫਿਰ ਉਹ ਲੋਕਾਂ ਦੇ ਵਿੱਚ ਗੱਲ ਆ ਜਾਂਦੀ ਵੀ ਸਰਕਾਰ ਨੇ ਬੇਅਦਬੀ ਵਾਲੇ ਫੜ ਲਏ। ਲੋਕ ਇਹ ਅੱਜ ਸੋਚ ਰਹੇ ਆ ਵੀ ਇੱਥੇ ਸਰਕਾਰ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਆ, ਪਰ ਨਹੀਂ, ਸਰਕਾਰ ਨੇ ਤਾਂ ਕੇਸ ਖੁੱਲ੍ਹੇ ਛੱਡ ਰੱਖੇ ਸੀ ਇੱਕ ਨਾਰਮਲ ਕੇਸਾਂ ਦੀ ਤਰ੍ਹਾਂ, ਮਤਲਬ ਉਹਨੂੰ ਕੋਈ ਅਹਿਮੀਅਤ ਹੀ ਨਹੀਂ ਦਿੱਤੀ। ਜਿਹੜਾ 4.5 ਸਾਲ ਟੱਪਿਆ ਤੇ ਅੱਜ ਅਸੀਂ ਇੱਥੇ ਜਾ ਕੇ ਖੜ ਗਏ ਆ ਕਿ ਹਾਈ ਕੋਰਟ ਦਾ ਫੈਸਲਾ ਇਹ ਆਇਆ ਬਈ ਇੱਥੇ ਕੁਝ ਹੋਇਆ ਹੀ ਨਹੀਂ, ਉਹਨਾਂ ਸਾਰਿਆਂ ਨੂੰ ਕਲੀਨ ਚਿੱਟ ਦੇਤੀ। ਅੱਜ ਸਰਕਾਰ ਨਵੀਂ ਸੈੱਟ ਬਣਾ ਰਹੀ ਆ, ਨਵੀਂ ਸੈੱਟ ਉਹ 'ਚ ਲੱਖ ਕੋਸ਼ਿਸ਼ ਕਰ ਲਏ, ਲੱਖ ਦੋਸ਼ੀ ਕੱਢ ਲਏ। ਉਹਨਾਂ ਨੇ ਦੋਸ਼ੀ ਤਾਂ ਅਕਸਰ ਉਹੀ ਕੱਢਣੇ ਜਿਹੜੀ ਪਹਿਲੀ ਟੀਮ ਨੇ ਕੱਢੇ ਆ, ਤਾਂ ਉਹਨਾਂ ਦੇ ਹੱਕ 'ਚ ਕੋਰਟ ਨੇ ਫੈਸਲਾ ਦਿੱਤਾ ਵੀ ਇਹ ਕਲੀਨ ਚਿੱਟ ਆ, ਇਹਨਾਂ ਨੇ ਕੁਝ ਕੀਤਾ ਨਹੀਂ, ਇਹਨਾਂ ਦਾ ਕੁਝ ਰੋਲ ਨਹੀਂ ਆ, ਤਾਂ ਉਹ ਫਿਰ ਉਹ ਫੈਸਲਾ ਲਾ ਕੇ ਬਾਹਰ ਆ ਜਾਣਗੇ। ਸਰਕਾਰ ਨੂੰ ਪਹਿਲਾਂ ਇਹ ਫੈਸਲਾ ਤੁੜਾਉਣਾ ਚਾਹੀਦਾ, ਇਹ ਫੈਸਲੇ ਨੂੰ ਖਾਰਜ ਕਰਵਾਉਣਾ ਚਾਹੀਦਾ। ਆਪਾਂ ਸਾਰੇ ਕਹਿੰਦੇ ਆ ਪਹਿਲਾਂ ਵੀ ਰੌਲਾ ਪਾਇਆ, ਬਾਦਲਾਂ ਨੇ ਕੀਤਾ ਕਰਾਇਆ ਸਾਰਾ ਕੁਝ, ਸਾਰਿਆਂ ਨੂੰ ਜਿਵੇਂ ਕਹਿੰਦੇ ਆ। ਉਹ 12-13 ਮਹੀਨੇ ਜਿਹੜੀ ਉਹਨਾਂ ਦੀ ਸਰਕਾਰ ਜਿੰਨੀ ਵੀ ਰਹਿੰਦੀ ਆ ਉਹਦੇ ਵਿੱਚ ਉਹਨਾਂ ਨੇ ਨਹੀਂ ਕੁਝ ਕੀਤਾ, ਲੋਕਾਂ ਨੇ ਸਜ਼ਾ ਦਿੱਤੀ। 2017 ਦੇ ਵਿੱਚ ਜਿਹੜੇ ਇਹਨਾਂ ਨੇ ਹੱਥ 'ਚ ਗੁਟਕਾ ਸਾਹਿਬ ਫੜ ਕੇ ਵਾਅਦੇ ਕੀਤੇ, ਉਹ ਵਾਅਦੇ ਲੋਕਾਂ ਨੇ ਮਤਲਬ ਸਿਰ ਮੱਥੇ ਲੈ ਕੇ ਇਹਨਾਂ ਨੂੰ ਵੋਟਾਂ ਪਾਤੀਆਂ, ਇਹਨਾਂ ਨੂੰ ਸਰਕਾਰ 'ਚ ਮਤਲਬ ਪਾਵਰ 'ਚ ਲਿਆਤਾ। ਤੇ ਅੱਜ ਇਹ ਪਾਵਰ 'ਚ ਬਹਿ ਕੇ ਕਹਿੰਦੇ ਕੰਮ ਕੋਰਟਾਂ ਦਾ, ਇਹ ਕੰਮ ਹਾਈ ਕੋਰਟਾਂ ਦਾ, ਇਹ ਕੰਮ ਕੋਰਟ ਦੇ ਵਿੱਚ ਅਸੀਂ ਦਖਲ ਨਹੀਂ ਦੇ ਸਕਦੇ। ਤੇ ਕੋਰਟ ਦੇ ਵਿੱਚ ਪੰਜਾਬ ਦਾ ਜਨਰਲ ਐਡਵੋਕੇਟ ਜਿਹੜਾ ਮੁੱਖ ਮੰਤਰੀ ਦੀ ਰਾਏ ਦੇ ਨਾਲ ਲੱਗਦਾ, ਮੁੱਖ ਮੰਤਰੀ ਲਾਉਂਦਾ ਉਹਨੂੰ, ਪੰਜਾਬ ਦਾ ਹੋਮ ਮਿਨਿਸਟਰ ਉਹਨੂੰ ਲਾਉਂਦਾ, ਤਾਂ ਉਹ ਅਤੁਲਨੰਦਾ ਜਿਹੜਾ ਕੇਸਾਂ 'ਚ ਜਾਂਦਾ ਨਹੀਂ ਆ, ਜਿਹੜਾ ਗੈਰ ਹਾਜ਼ਰ ਰਹਿੰਦਾ, ਤਾਂ ਉਹ ਸਮਝੌਤੇ ਕਰਾਉਣ ਵਾਲਾ ਬੰਦਾ, ਇਹਨਾਂ ਨਾਲ ਦੋਸ਼ੀਆਂ ਨਾਲ ਗੰਢ ਧੁੱਪ ਕਰਨ ਵਾਲਾ ਬੰਦਾ ਅੱਜ ਵੀ ਉਸੇ ਕੁਰਸੀ ਤੇ ਬੈਠਾ ਹੈ। ਕੱਲ ਨੂੰ ਇਹ ਸੈੱਟ ਫਿਰ ਫੈਸਲਾ ਲੈ ਕੇ ਉਹਦੇ ਕੋਲੇ ਜਾਊਗੀ ਇਨਵੈਸਟੀਗੇਸ਼ਨ ਕਰਕੇ, ਤਾਂ ਫੈਸਲੇ ਫਿਰ ਉਹੀ ਜ਼ੀਰੋ ਹੀ ਆਉਣੇ ਆ ਜੀ। ਇੱਕ ਬਈ ਸੁਖਰਾਜ, ਜਿਹੜਾ ਆ ਟਵੀਟ ਵਾਲੀ ਖੇਡ ਚੱਲ ਰਹੀ ਆ, ਸਰਕਾਰ ਦੇ ਕਈ ਮੰਤਰੀਆਂ ਨੇ ਅੰਦਰ ਅਸਤੀਫੇ ਦਿੱਤੇ, ਨਾ ਮਨਜ਼ੂਰ ਹੋਏ, ਆ ਵੀ ਬੜਾ ਸ਼ਸ਼ੋਪੰਜ ਚੱਲ ਰਿਹਾ। 2-3 ਟੀਮਾਂ ਕਾਂਗਰਸ ਪਾਰਟੀ ਦੀਆਂ ਬਣ ਗਈਆਂ। ਇਹ ਤੁਹਾਨੂੰ ਕੀ ਲੱਗਦਾ, ਤੁਹਾਡੇ ਮੁੱਦੇ ਦੇ ਉੱਤੇ ਰੋਟੀ ਸੇਕੀ ਜਾ ਰਹੀ ਹੈ ਕਿ ਅਸਲ ਦੇ ਵਿੱਚ ਵਾਕਿਆ ਦੇ ਵਿੱਚ ਮੰਤਰੀਆਂ ਨੂੰ ਵੀ ਇਹ ਲੱਗਦਾਗਾ ਵੀ ਇਹ ਹੋਣਾ ਚਾਹੀਦਾ ਸੀ, ਨਹੀਂ ਹੋਇਆ, ਲੋਕ ਛਿੱਤਰ ਫੇਰਨਗੇ? ਬਾਈ ਜੀ ਅਸਲ ਦੇ ਵਿੱਚ ਦੋਨੇ ਚੀਜ਼ਾਂ ਹੁੰਦੀਆਂ। 4.5 ਸਾਲ ਦਾ ਸਮਾਂ ਟੱਪ ਗਿਆ, ਹੱਥ ਪੱਲੇ ਕੁਝ ਆਇਆ ਨਹੀਂ। ਅੱਜ ਕੱਲੇ ਕੈਪਟਨ ਨੂੰ ਦੋਸ਼ ਦੇ ਕੇ, ਕੱਲੇ ਸਰਕਾਰ ਦਾ ਮਤਲਬ ਉਹਨੂੰ ਕਹਿੰਦੇ ਕੱਲਾ ਯਾਰ ਕੈਪਟਨ ਤਾਂ ਕੱਲਾ ਤਾਂ ਨਹੀਂ ਨਾ ਬਣਿਆ ਤਾਂ ਤੁਹਾਡੀ ਰਾਏ ਦੇ ਨਾਲ ਹੀ ਆ ਉਹ। ਜੇ ਤੁਸੀਂ ਵੀ ਜਿੱਤੇ ਹੋ, ਤੁਹਾਨੂੰ ਵੀ ਲੋਕਾਂ ਨੇ ਵੋਟਾਂ ਪਾਈਆਂ ਤਾਂ ਫੇਰ ਮੰਤਰੀ ਬਣਾਇਆ ਨਾ। ਅੱਜ ਕੱਲੇ ਕੈਪਟਨ ਤੇ ਦੋਸ਼ ਲਾਉਣ ਨਾਲੋਂ ਦੂਸਰਾ ਟਵਿੱਟਰ ਜਾਂ ਫੇਸਬੁੱਕ ਤੇ ਆਪਾਂ ਵੇਖਦੇ ਹਾਂ, ਉਹ ਕੱਲਾ ਇੱਕ ਲਿਖ ਕੇ ਇਨਸਾਫ ਨਹੀਂ ਮਿਲਣਾ, ਉਹ ਗਰਾਊਂਡ ਤੇ ਆਉਣਾ ਪੈਣਾ। ਤੇ ਆਪਾਂ 4.5 ਸਾਲ ਪਹਿਲਾਂ ਕਿਹੜੀ ਖੁੱਡ 'ਚ ਸੀਗੇ? ਜੇ ਤੁਸੀਂ ਮੰਨਦੇ ਹੋ ਵੀ ਤੁਹਾਡਾ ਟਵਿੱਟਰ ਜਾਂ ਫੇਸਬੁੱਕ ਜਾਂ ਕੋਈ ਹੋਰ ਸੋਸ਼ਲ ਮੀਡੀਆ ਘਰੇ ਬਹਿ ਕੇ ਵੀਡੀਓ ਪਾ ਕੇ ਆਪਾਂ ਉੱਤੇ ਪ੍ਰੈਸ਼ਰ ਬਿਲਡ ਕਰ ਸਕਦੇ ਹਾਂ, ਤਾਂ ਫਿਰ ਤੁਹਾਨੂੰ 4 ਸਾਲ ਪਹਿਲਾਂ ਦਾ ਕਿਹਨੇ ਰੋਕਿਆ ਸੀ? ਇਨਵੈਸਟੀਗੇਸ਼ਨ ਤਾਂ ਉਦੋਂ ਦੀ ਚੱਲ ਰਹੀ ਹੈ ਨਾ ਬਈ। ਉਦੋਂ ਦੇ ਵੀ ਇਹਨਾਂ ਲੋਕਾਂ 'ਚ ਆਉਂਦੇ, ਜਿਹੜੇ ਪਿੰਡ 'ਚ ਕਾਂਡ ਹੋਇਆ, ਜਿੱਥੇ ਬੇਅਦਬੀ ਹੋਈ ਆ, ਉੱਥੇ ਆਉਂਦੇ, ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਵੀ ਆਪਾਂ ਨਾਲ ਚੱਲ ਰਹੇ ਹਾਂ, ਇਕੱਠੇ ਚੱਲ ਰਹੇ ਹਾਂ, ਦੱਸੋ ਸਾਨੂੰ ਕਿੱਥੇ ਤੁਹਾਨੂੰ ਸਾਡੀ ਲੋੜ ਆ, ਅਸੀਂ ਤੁਹਾਡੇ ਨਾਲ ਖੜਦੇ ਹਾਂ। ਤਾਂ ਅੱਜ 4 ਮਹੀਨੇ ਵੋਟਾਂ 'ਚ ਰਹਿ ਗਏ ਆ, ਇਹਨਾਂ ਨੇ ਦੁਬਾਰਾ ਫਿਰ ਉਹ ਕੁਰਸੀ ਨੂੰ ਹੱਥ ਪਾਉਣੇ ਆ। ਉਹਨਾਂ ਲੋਕਾਂ ਦੇ ਵਿੱਚ ਜਾਣ ਲਈ ਇੱਕ ਸੱਚੇ ਬਣਦੇ ਆ ਬਾਈ ਜੀ, ਪਰ ਸਾਰੇ ਹੀ ਚੋਰ ਆ। ਇਹ ਸਾਰੇ ਇੱਕੋ ਮਤਲਬ ਉਸੇ ਰਾਹ ਦੇ ਪੰਧ ਆ ਜਿਹੜੇ 'ਚ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਸਾਰੇ ਲੱਗੇ ਹੋਏ ਆ। ਇੱਕ ਚੀਜ਼ ਹੋਰ ਆ, ਬਗਰਾੜੀ ਮੋਰਚਾ ਲੱਗਦਾਗਾ ਹੁਣ ਜਿਹੜੀ ਦੁਬਾਰਾ ਆ ਗਈ, ਹੁਣ 2022 ਵੀ ਤੁਹਾਨੂੰ ਪਤਾ ਵੋਟਾਂ ਵਾਲੀ ਗੱਲ ਆ, ਬਾਰ-ਬਾਰ ਉਹੀ ਹੈ ਨਾ ਘੁੰਮ ਕੇ ਆ ਜਾਂਦੀ ਗੱਲ। ਬੜੇ ਲੋਕ ਇਹ ਵੀ ਕਹਿ ਰਹੇ ਆ ਬਗਰਾੜੀ ਮੋਰਚਾ ਫਿਰ ਲੱਗਣ ਜਾ ਰਿਹਾ ਹੈਗਾ, ਕਾਪੀਆਂ ਵੀ ਸਾੜੀਆਂ ਗਈਆਂ ਪਿਛਲੇ ਦਿਨੀ, ਬੜਾ ਕੁਝ ਉੱਥੋਂ ਵੀ ਨਿਕਲ ਕੇ ਆਇਆ ਵੀ ਹਾਂ ਹੋ ਸਕਦਾਗਾ। ਤੁਹਾਨੂੰ ਕੀ ਲੱਗਦਾਗਾ, ਕੋਈ ਗੱਲਬਾਤ ਹੋਈ ਸਿੱਖ ਜਥੇਬੰਦੀਆਂ ਨਾਲ, ਜਾਂ ਹੋਣ ਜਾ ਰਿਹਾ ਜਾਂ ਨਹੀਂ ਹੋਣ ਜਾ ਰਿਹਾ? ਬਾਈ ਜੀ ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਬਗਰਾੜੀ ਮੋਰਚਾ ਇੱਕ ਵਾਰੀ ਲੱਗ ਚੁੱਕਿਆ ਉਹ ਨਹੀਂ ਲੱਗਣਾ, ਉਹ ਗੱਲ ਨਹੀਂ ਬਣਨੀ। ਅੱਜ ਉੱਥੇ ਕੋਈ ਜਾ ਕੇ ਬਹਿ ਜੇ, ਕੋਈ ਜਾ ਕੇ ਗੱਲ ਕਰ ਲੇ, ਲੋਕਾਂ ਦਾ ਯਕੀਨ ਨਹੀਂ ਰਿਹਾ। ਜਿਵੇਂ ਸਰਕਾਰਾਂ ਨੇ ਪੰਜਾਬ ਦੇ ਨਾਲ ਧੱਕਾ ਕੀਤਾ, ਉਸੇ ਤਰ੍ਹਾਂ ਇਹ 'ਚ ਕੋਈ ਹੱਥ ਕਤਰੀ ਨਹੀਂ ਆ ਕਹਿਣ 'ਚ ਵੀ ਬਗਰਾੜੀ ਦੀ ਡਿਕਟੇਟਰਸ਼ਿਪ ਜਿਹਦੇ ਹੱਥ ਸੀ ਉਹਨੇ
ਮਤਲਬ ਇੱਕ ਧਾਰਮਿਕ ਪੱਖ ਤੋਂ ਖੜ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ। ਉਹਨਾਂ ਸਰਕਾਰਾਂ ਦੇ ਹੱਥ 'ਚ ਕੁਰਸੀ ਆ, ਇਹਨਾਂ ਨੇ ਕੁਰਸੀ ਦੇ ਲਈ ਛਾਲ ਮਾਰੀ ਆ। ਉਹਨਾਂ ਦੇ ਹੱਥ 'ਚ ਉਸ ਟਾਈਮ ਪੈਸਾ ਆ ਗਿਆ, ਬਗਰਾੜੀ ਮੋਰਚੇ ਦਾ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ, ਉਹਨਾਂ ਨੇ ਉਹ ਭਾਵਨਾਵਾਂ ਨੂੰ ਤਹਿਸ਼-ਨਹਿਸ਼ ਕੀਤਾ। ਲੋਕ ਸਰਕਾਰਾਂ ਤੋਂ ਬਾਗੀ ਹੋ ਕੇ ਲੋਕਾਂ ਨੂੰ ਤਾਂ ਉਸ ਟਾਈਮ ਹੀ ਪਤਾ ਲੱਗ ਗਿਆ ਸੀ ਵੀ ਇਹ ਸਰਕਾਰ ਨੇ ਕੁਝ ਨਹੀਂ ਕਰਨਾ, ਤਾਂ ਉਹਨਾਂ ਨੇ ਮੋਰਚੇ ਦਾ ਸਾਥ ਦਿੱਤਾ। ਪਰ ਇਹ ਸਰਕਾਰਾਂ ਨੇ ਤਾਂ ਕੁਝ ਕਰਨਾ ਨਹੀਂ ਸੀ, ਤੇ ਪਰ ਸਾਡੇ ਵਾਲੇ ਜਿਹੜੇ ਧਾਰਮਿਕ ਆਗੂ ਉਹਨਾਂ ਨੇ ਕੀ ਕੀਤਾ? ਜਿਹੜੀ ਉਸ ਟਾਈਮ ਦੀ ਡਿਕਟੇਟਰਸ਼ਿਪ ਸੀਗੀ, ਜਿਹੜੀ ਨੇ ਬਗਰਾੜੀ ਮੋਰਚਾ ਚੱਕਿਆ, ਜਿਹੜੀ ਸਰਕਾਰ ਗੁਟਕਾ ਸਾਹਿਬ ਹੱਥ 'ਚ ਫੜ ਕੇ ਬਣਾਈ, ਉਹ ਲੋਕਾਂ ਨਾਲ ਵਾਅਦੇ ਕਰਕੇ ਉਹਨਾਂ ਤੇ ਪੂਰੀ ਨਹੀਂ ਉਤਰੀ, ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਕੇ ਜਿਹੜੇ ਵਾਅਦੇ ਕਰਕੇ ਪੂਰੇ ਉਹਨਾਂ ਤੇ ਵੀ ਨਹੀਂ ਉਤਰੇ ਉਹ। ਇਸੇ ਕਰਕੇ ਸਾਰੇ ਇਹ ਜਿਹੜਾ ਅੱਜ ਬਾਈ ਜੀ ਸਾਰਾ ਡਰਾਮਾ ਹੀ ਹੋ ਰਿਹਾ, ਇੱਕ ਆਪਣੀ ਛਾਪ ਬਚਾਉਣ ਦੇ ਲਈ। ਰਹੀ ਗੱਲ ਜਿਹੜਾ ਮੋਰਚਾ ਲੱਗਣ ਦੀ ਆ, ਬਾਈ ਕੋਈ ਲਾਲੇ ਕਿਸੇ, ਸਾਰਿਆਂ ਨੂੰ ਅਧਿਕਾਰ ਆ, ਜਿਹੜਾ ਮਰਜ਼ੀ ਆ ਕੇ ਬਹਿ ਜੇ, ਜਿਹੜਾ ਮੋਰਚਾ ਲਾਉਣ ਦਾ ਕਾਬਲੀਅਤ ਰੱਖਦਾ ਬਹਿ ਜੇ, ਪਰ ਲੋਕਾਂ ਦਾ ਸਾਥ ਨਹੀਂ ਆਊਗਾ ਬਾਈ। ਲੋਕ ਟੁੱਟ ਚੁੱਕੇ ਆ ਚੀਜ਼ ਤੋਂ। ਅੰਦਰ ਖਾਤੇ ਬਾਈ ਮੀਟਿੰਗਾਂ ਹੋ ਰਹੀਆਂ ਸਿੱਖ ਜਥੇਬੰਦੀਆਂ ਵੱਲੋਂ, ਖਾਸ ਕਰਕੇ ਉਹਨਾਂ ਚਿਹਰਿਆਂ ਵੱਲੋਂ ਜਿਹੜੇ ਪਹਿਲੇ ਮੋਰਚੇ ਦੀ ਅਗਵਾਈ ਕਰ ਰਹੇ ਸੀ। ਕੀ ਲੱਗਦਾਗਾ ਆਹੀ ਵੋਟਾਂ ਵਾਲੀ ਖੇਡ ਚੱਲ ਰਹੀ ਆ ਬਈ? ਇਹ ਤਾਂ ਇੱਥੇ ਗੱਲ ਇਹ ਆਉਂਦੀ ਆ ਵੀ ਅਸੀਂ ਪਹਿਲਾਂ ਫਲਾਣੇ ਨੂੰ ਬਣਾਤਾ, ਉਹਨੇ ਸਾਡੇ ਨਾਲ ਧੱਕਾ ਕੀਤਾ, ਹੁਣ ਇਹ ਆ ਵੀ ਸਾਨੂੰ ਇਹਨੇ ਨਿਆਂ ਨਹੀਂ ਦਿੱਤਾ, ਇਹਨੂੰ ਛੱਡ ਦਿਓ, ਹੁਣ ਨਵੇਂ ਨੂੰ ਬਣਾ ਲਾਂਗੇ। ਗੱਲ ਸਾਰੀ ਕਦੇ ਨਾ ਕਦੇ ਉਹ ਵੀ ਵੋਟਾਂ 'ਚ ਹੀ ਜਾਂਦੀ ਆ ਬਾਈ। ਪਰ ਜੇ ਸਿੱਖ ਕੌਮ ਦਾ ਦਰਦ ਜਾਂ ਗੁਰੂ ਦੀ ਬੇਅਦਬੀ, ਮੈਂ ਹਰ ਵਾਰ ਬਾਈ ਹਰ ਇੰਟਰਵਿਊ 'ਚ ਇਹੀ ਗੱਲ ਕਹਿਣਾ ਵੀ ਉਹ ਧਾਰਮਿਕ ਜਥੇਬੰਦੀਆਂ ਜਾਂ ਉਹ ਸਿੱਖ ਚਿਹਰੇ ਕਿੱਥੇ ਆ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਦੇ ਵਿੱਚ ਕਿੰਨੇ ਕੁ ਧਾਰਮਿਕ ਜਥੇਬੰਦੀਆਂ ਦੇ ਵਕੀਲ ਖੜੇ ਆ? ਗੱਲ ਤਾਂ ਇਹ ਹੈ ਨਾ ਵੀ ਗੁਰੂ ਕਿਹੜਾ ਇੱਕ ਦਾ ਸੀ? ਜਾਂ ਉਹ ਆਪਾਂ ਇੱਕ ਥੋੜ੍ਹੀ ਕਹਿ ਸਕਦੇ ਵੀ ਜਿਹੜੇ ਗੁਰਦੁਆਰੇ 'ਚੋਂ ਚੋਰੀ ਹੋਇਆ ਤੇ ਉਹਦਾ ਉੱਥੇ ਗ੍ਰੰਥੀ ਜਾਂ ਉੱਥੋਂ ਦੇ ਪਿੰਡ ਦੀ ਪੰਚਾਇਤ ਹੀ ਕੇਸ ਲੜ ਸਕਦੀ ਆ। ਗੁਰੂ ਗ੍ਰੰਥ ਸਾਹਿਬ ਦਾ ਸਾਰਿਆਂ ਦੇ ਸਾਂਝੇ ਆ ਨਾ, ਆਪਾਂ ਸਾਰੇ ਉਹਦੇ ਲਈ ਆਪਣਾ ਵਕੀਲ, ਆਪਣਾ ਪੱਖ ਰੱਖਣ ਲਈ ਖੜ ਸਕਦੇ ਹਾਂ। ਤੇ ਰਹੀ ਗੱਲ ਬੇਅਦਬੀ ਦੀ, ਬੇਅਦਬੀ 'ਚ ਕੱਲਾ ਗੁਰਸੇਵਕ ਮੱਲ ਕੇ ਜਿਹੜਾ ਫੌਜੀ ਆ ਮੱਲ ਕੇ ਪਿੰਡ ਦਾ ਗਵਾਹ, ਉਹਦਾ ਥੋੜ੍ਹੀ ਜ਼ਿੰਮੇਵਾਰੀ ਬਣਦੀ ਆ ਵੀ ਉਹੀ ਕੇਸ ਲੜੇ। ਉਹਨੇ ਬੇਅਦਬੀ ਹੁੰਦੀ ਦੇਖ ਲਈ ਤਾਂ ਉਹ ਗਵਾਹੀ ਦੇ ਸਕਦਾ ਯਾਰ। ਬੈਕਫੁੱਟ ਤੇ ਤੁਸੀਂ ਖੜ ਕੇ ਕੇਸ ਲੜ ਸਕਦੇ ਹੋ। ਤੁਸੀਂ ਧਾਰਮਿਕ ਜਥੇਬੰਦੀਆਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਜਥੇਬੰਦੀਆਂ ਬਣਾਈਆਂ, ਆਪਾਂ ਲੋਕਾਂ ਨੂੰ ਬੁੱਧੂ ਬਣਾ ਕੇ ਪੈਸਾ ਮੰਗਾ ਰਹੇ ਆ, ਤੇ ਤੁਸੀਂ ਉਹ 'ਚ ਵਕੀਲ ਨਹੀਂ ਖੜੇ ਕਰ ਸਕਦੇ। ਬਗਰਾੜੀ ਮੋਰਚੇ 'ਚ ਕਿੰਨਾ ਫੰਡ ਹੋਇਆ, ਕਿੰਨੇ 'ਚ ਉਹਨਾਂ ਨੇ ਗੁਰਸੇਵਕ ਫੌਜੀ ਦਾ ਜਿਹੜਾ ਬੇਅਦਬੀ ਦਾ ਕੇਸ ਆ ਜਿਹਦੇ 'ਚ ਉਹਨਾਂ ਨੇ ਉਹਦਾ ਹੱਥ ਫੜ ਲਿਆ ਜਾਂ ਉਹਦੇ ਮਗਰ ਬੈਕਫੁੱਟ ਤੇ ਖੜ ਕੇ ਕੰਮ ਕੀਤਾ, ਜਾਂ ਕਚਹਿਰੀਆਂ 'ਚ ਜਦੋਂ ਦੋਸ਼ੀ ਪੇਸ਼ ਹੁੰਦੇ ਆ ਕਿੰਨੇ ਕੁ ਬਗਰਾੜੀ ਮੋਰਚੇ ਦੇ ਨੁਮਾਇੰਦੇ ਆ ਕੇ ਉੱਥੇ ਖੜਦੇ। ਇਹ ਸਿਰਫ ਬਾਈ ਸਿਆਸੀ ਰੋਟੀਆਂ। ਰਾਜਨੀਤੀ ਧਰਮ 'ਚ ਵੀ ਉਹੀ ਆ, ਤੇ ਰਾਜਨੀਤੀ ਜਿਹੜੀ ਪੋਲੀਟੀਸ਼ੀਅਨ ਆ ਜਿਹੜੇ ਵੋਟਾਂ ਲੈ ਕੇ ਕਰਦੇ ਉਹ ਵੀ ਉਹੀ ਚੀਜ਼ ਆ। ਪਰ ਬਾਪੂ ਜੀ ਇੱਕ ਗੱਲ ਜਿਹੜੀ ਮੈਂ ਸੁਖਰਾਜ ਤੋਂ ਪੁੱਛੀ, ਜਿਹੜੀਆਂ ਸਿੱਖ ਜਥੇਬੰਦੀਆਂ ਦਾ ਬਗਰਾੜੀ ਮੋਰਚਾ ਲੱਗਦਾਗਾ, ਹੁਣ ਦੁਬਾਰਾ ਫੇਰ ਕਹਿ ਰਹੇ ਆ, ਸਿੱਖ ਜਥੇਬੰਦੀਆਂ ਦਾ ਰੋਲ ਕਿਵੇਂ ਦੇਖਦੇ ਹੋ? ਨਹੀਂ ਜੀ, ਸਾਨੂੰ ਕੋਈ ਨਹੀਂ ਲੱਗਦਾ ਵੀ ਸਾਨੂੰ ਇਨਸਾਫ ਮਿਲੂਗਾ। ਕਿਸੇ ਤੋਂ ਉਮੀਦ ਨਹੀਂ? ਨਹੀਂ, ਸਾਨੂੰ ਕੋਈ ਉਮੀਦ ਨਹੀਂ ਕਿ ਇਨਸਾਫ ਮਿਲੂਗਾ। ਬਾਈ ਜਿਹੜੇ ਲੋਕ ਇਹ ਵੀ ਆਰੋਪ ਲਾਉਂਦੇ ਆ ਵੀ ਸੁਖਰਾਜ ਸਿੰਘ ਨੂੰ ਪੈਸੇ ਆ ਗਏ, ਸੁਖਰਾਜ ਨੂੰ ਬੜੀ ਫੰਡਿੰਗ ਹੋ ਰਹੀ ਆ ਬਾਹਰੋਂ, ਉਹਨਾਂ ਨੂੰ ਕੀ ਕਹਿਣਾ ਚਾਹੋ? ਬਾਈ ਇੱਕ ਵੀ ਬੰਦਾ ਇਹ ਚੀਜ਼ ਇੱਕ ਸਾਬਤ ਕਰ ਦੇ। ਮੈਂ ਪਹਿਲਾਂ ਤਾਂ ਤੁਹਾਡੇ ਮਾਧਿਅਮ ਰਾਹੀਂ ਸਾਰੀਆਂ ਪੰਜਾਬ ਦੀਆਂ ਗੁਰੂ ਨਾਨਕ ਨਾਮ ਲੇਵਾ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਾ, ਜਿਹੜੀਆਂ ਸਹਿਯੋਗ ਦਿੰਦੀਆਂ ਸੀ, ਮਤਲਬ ਮੈਨੂੰ ਹੌਸਲਾ ਦਿੱਤਾ ਨਾਲ ਤੁਰਨ ਲਈ, ਜਾਂ ਮੇਰੇ ਪਿੰਡ ਦੇ ਬਹਿਬਲ ਪਿੰਡ ਦੇ ਖਾਸ ਕਰ ਜਿਹੜੇ ਜਿੰਨੇ ਗਵਾਹ ਹਨ, ਜਾਂ ਜਿਹੜੇ ਇਸ ਕੇਸ ਦੇ ਵਿੱਚ ਕੋਟਕਪੂਰੇ ਜਿੰਨੇ ਵੀ ਗਵਾਹ, ਮੈਂ ਸਾਰਿਆਂ ਦਾ ਹਮੇਸ਼ਾ ਰਿਣੀ ਰਹੂੰਗਾ ਵੀ ਜਿਨ੍ਹਾਂ ਦੀ ਬਦੌਲਤ ਇਹ ਕੇਸ ਅੱਗੇ ਜਾਂਦਾ ਗਵਾਹਾਂ ਦੇ ਸਿਰ ਤੇ। ਤੇ ਦੂਸਰਾ, ਇਹ ਜਥੇਬੰਦੀਆਂ 'ਚੋਂ ਕੋਈ ਵੀ ਬੰਦਾ ਆ ਕੇ ਇਹਨਾਂ ਗਵਾਹਾਂ ਨੂੰ ਮਿਲਿਆ ਹੋਵੇ ਉਹ ਵੀ ਦੱਸ ਦੇਣ। ਦੂਸਰੀ ਗੱਲ, ਜਿਹੜੇ ਕਹਿੰਦੇ ਆ ਵੀ ਫੰਡਿੰਗ ਹੁੰਦੀ ਆ, ਉਹ ਬੰਦੇ ਸਾਬਤ ਕਰ ਦੇਣ ਵੀ ਸੁਖਰਾਜ ਨੂੰ ਅੱਜ ਅਸੀਂ ਇੰਨੇ ਪੈਸੇ ਬਾਹਰੋਂ ਕੇਸ ਲੜਨ ਲਈ ਭੇਜੇ ਆ, ਜਾਂ ਇੰਨੇ ਪੈਸਿਆਂ ਦੇ ਨਾਲ ਸੁਖਰਾਜ ਨੂੰ ਅਸੀਂ ਆਹ ਕੀਤਾ। ਸਿਰਫ 2 ਤੋਂ 3 ਮਹੀਨੇ ਜਿਹੜੀ ਹਮਦਰਦੀ ਮੇਰੇ ਨਾਲ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੇ ਜਤਾਈ ਸੀ ਬਾਪੂ ਦੇ ਜਾਣ ਤੋਂ ਬਾਅਦ, 2015 ਤੋਂ ਤਕਰੀਬਨ 16 ਦੇ ਪਹਿਲੇ ਮਹੀਨੇ ਤੱਕ ਜਿਹੜਾ ਆਏ ਆ ਪੈਸੇ, ਉਹ ਘਰੇ ਆਏ ਆ। ਜਿਵੇਂ ਲੋਕ ਮਤਲਬ ਬਾਪੂ ਦੀ ਸ਼ਹੀਦੀ ਕਰਕੇ ਇੱਕ ਮਾਣ ਵਜੋਂ ਸਤਿਕਾਰ ਵਜੋਂ ਦੇ ਕੇ ਗਏ ਆ, ਉਹ ਮੈਂ ਹਮੇਸ਼ਾ ਕਹਿਣਾ। ਪਰ 2016 ਤੋਂ ਲੈ ਕੇ 2021 ਤੱਕ ਜਿਹੜਾ ਮੈਂ ਕੇਸ ਲੜਿਆ, ਇਹਦੇ ਵਿੱਚ ਇੱਕ ਵੀ ਬੰਦਾ, ਇੱਕ ਵੀ ਜਥੇਬੰਦੀ ਦਾ ਨੁਮਾਇੰਦਾ, ਇੱਕ ਵੀ ਰਾਜਨੀਤਿਕ ਬੰਦਾ ਆ ਕੇ ਕਹਿ ਦੇ ਵੀ ਸੁਖਰਾਜ ਦੇ ਨਾਲ ਅਸੀਂ ਕੇਸ ਲੜਿਆ। ਖਾਰਾ ਸਾਹਿਬ ਕੇਸ ਲੜ ਰਹੇ ਆ, ਫ੍ਰੀ ਆਫ ਕੋਸਟ ਲੜ ਰਹੇ ਆ, ਕਦੇ ਉਹਨਾਂ ਨੇ ਕਦੇ ਪੈਸੇ ਦੀ ਮੰਗ ਨਹੀਂ ਕੀਤੀ, ਕਦੇ ਉਹਨਾਂ ਨੇ ਇਹ ਗੱਲ ਨਹੀਂ ਕਹੀ। ਤੇ ਉਹ ਮੇਰੇ ਨਾਲ ਅੱਜ ਮੋਢੇ ਦੇ ਨਾਲ ਮੋਢਾ ਜੋੜ ਕੇ ਸਿਰਫ ਇੱਕ ਵਕੀਲ ਖੜਾ, ਜਿਹਦਾ ਮੈਂ ਹਮੇਸ਼ਾ ਕਦੇ ਵੀ ਦੇਣ ਨਹੀਂ ਦੇ ਸਕਦਾ, ਰਿਣੀ ਰਹੂੰਗਾ। ਜਿਹੜਾ ਅੱਜ ਤੱਕ ਜਿਹੜਾ ਕੇਸ ਇੱਥੋਂ ਤੱਕ ਗਿਆ ਜਾਂ ਲੋਕਾਂ ਦੇ ਵਿੱਚ ਲਿਆਂਦਾ, ਉਹਨਾਂ ਦੀ ਬਦੌਲਤ ਆ। ਪਰ ਜਿਹੜੇ ਜਥੇਬੰਦੀਆਂ ਦੇ ਜਾਂ ਘਰੇ ਬਹਿ ਕੇ ਜਿਹੜੇ ਕਿਸੇ ਦੇ ਕਹਿਣ ਤੇ ਲਿਖ ਦਿੰਦੇ ਆ ਵੀ ਸੁਖਰਾਜ ਨੂੰ ਫੰਡਿੰਗ ਹੁੰਦੀ ਆ, ਉਹ ਇੱਕ ਵਾਰ ਆ ਕੇ ਦੇਖ ਲੈਣ। 6 ਸਾਲ ਦਾ ਮੈਂ ਜੋ ਕੁਛ ਕੀਤਾ, ਖਰਚਾ ਕੀਤਾ, ਮੈਂ ਉਹ ਵੀ ਦੱਸਣ ਨੂੰ ਤਿਆਰ ਹਾਂ, ਇਕੱਲੇ ਬੰਦੇ ਨੂੰ ਦੇਣ ਨੂੰ ਤਿਆਰ ਹਾਂ ਵੀ ਮੈਂ ਕੇਸ ਲੜਨ ਲਈ ਕੁਛ ਲਾਇਆ, ਲਿਆ ਨਹੀਂ ਆ।
ਜਿਹੜੀ ਨਵੀਂ ਸਿੱਟ ਬਣੀ ਹੈ ਸੁਖਰਾਜ, ਉਹਦੀ ਜੇ ਆਪਾਂ ਗੱਲ ਕਰਦੇ ਹਾਂ, ਮੀਟਿੰਗਾਂ ਬੜੀਆਂ ਚੱਲ ਰਹੀਆਂ ਗਈਆਂ, ਬੜੀ ਜਿਹੜੀ ਤਫਸੀਸ਼ ਆ ਉਹ ਵੀ ਤੇਜ਼ ਕੀਤੀ ਗਈ ਆ, ਤੁਹਾਡੇ ਤੱਕ ਪਹੁੰਚ ਹੋਈ, ਤੁਸੀਂ ਉਹਨਾਂ ਦੇ ਨਾਲ ਕੋਈ ਗੱਲਬਾਤ ਕੀਤੀ ਆ? ਨਹੀਂ ਬਾਈ ਜੀ, ਕੋਈ ਪਹੁੰਚ ਨਹੀਂ, ਤੇ ਨਾ ਹੀ ਮੈਂ ਗੱਲਬਾਤ ਕਰਨ 'ਚ ਕੋਈ ਇੰਟਰਸਟ ਰੱਖਦਾ, ਤੇ ਨਾ ਹੀ ਮੈਂ ਕਹਿਣਾ ਵੀ ਗੱਲਬਾਤ ਆਪਣੇ ਨਾਲ ਹੋਵੇ, ਹੈ ਨਾ। ਕਿਉਂਕਿ ਸਮਾਂ 5 ਮਹੀਨਿਆਂ ਦਾ ਰਹਿ ਗਿਆ। ਜੇ ਲੋਕਾਂ ਦੇ ਵਿੱਚ ਗੱਲਾਂ ਬਾਤਾਂ ਕਰਨ ਉੱਠ ਜਾਣਗੇ ਤਾਂ ਜਿਹੜਾ ਗੱਲਾਂ ਬਾਤਾਂ ਤੇ ਟਾਈਮ ਆ ਉਹ ਲੰਘ ਜਾਣਾ। ਲੋਕਾਂ ਨੇ ਆਪਦੇ ਬਿਆਨ ਇੱਕ ਵਾਰੀ ਨਹੀਂ 4-4 ਵਾਰੀ ਇਹਨਾਂ ਇਨਵੈਸਟੀਗੇਸ਼ਨਾਂ ਕੋਲੇ ਦੇ ਚੁੱਕੇ ਆ, ਤੇ ਲੋਕ ਅੱਜ ਵੀ ਆਪਣੇ ਬਿਆਨਾਂ ਤੇ ਖੜੇ ਆ। ਲੋਕ ਬਿਆਨਾਂ ਤੋਂ ਮੁੱਕਰਦੇ ਨਹੀਂ ਆ। ਤਾਂ ਲੋਕਾਂ ਦਾ ਇਹੀ ਕਹਿਣਾ ਵੀ ਜਿਹੜਾ 2-3 ਮਹੀਨੇ ਆ ਤੁਹਾਡੇ ਕੋਲੇ ਪਏ ਆ, ਤੁਸੀਂ ਉਹ ਡਾਟਾ ਆਪਦਾ ਚੱਕ ਕੇ, ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਆ, ਉਹਨੂੰ ਰੀਚੈਕਿੰਗ ਕਰੋ, ਉਹਦੇ ਤੇ ਜਿਹੜੀ ਬਣਦੀ ਕਾਰਵਾਈ ਉਹ ਕਰਨ। ਪਰ ਦੂਜੀ ਗੱਲ ਬਾਈ ਰਤਨ ਇੱਥੇ ਇਹ ਵੀ ਆਉਂਦੀ ਹੈ ਨਾ ਵੀ ਕਾਰਵਾਈ ਕਰਕੇ ਵੀ ਕੀ ਕਰਨਗੇ। ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਜਿਹੜੇ ਫੈਸਲੇ ਜਾਂ ਦੋਸ਼ੀ ਇਹਨਾਂ ਨੇ ਵੀ ਕੱਢਣੇ ਆ, ਤੇ ਹਾਲ ਇਹਨਾਂ ਦਾ ਵੀ ਉਹੀ ਹੋਣਾ ਵੀ ਇਹਨਾਂ ਨੂੰ ਵੀ ਇਹ ਅਫਸਰਾਂ ਨੂੰ ਵੀ ਅਸਤੀਫੇ ਦੇ ਕੇ ਘਰੇ ਬੈਠਣਾ ਪੈਣਾ। ਕਿਉਂਕਿ ਗਾਂ ਵਾਲੀ ਜਿਹੜੀ ਕੋਰਟ ਦੇ ਥਰੂ ਉਹ ਬ੍ਰੇਕ ਲੱਗੇ ਆ, ਉਹ ਤਾਂ ਕੋਈ ਤੜਾਉਣ ਦੀ ਗੱਲ ਨਹੀਂ ਕਰਦਾ, ਉਹ ਤਾਂ ਹੈਂਡ ਬ੍ਰੇਕ ਨੱਪੀ ਬੈਠੇ ਨੇ, ਉਹਨੂੰ ਤਾਂ ਚੱਕਣ ਦੀ ਗੱਲ ਨਹੀਂ ਕਰਦੇ ਤੇ ਗੇਅਰ ਪਾਈ ਜਾਂਦੇ ਆ, ਪਰ ਗੱਡੀ ਤੁਰਨੀ ਤਾਂ ਹੈ ਨਹੀਂ ਗੀ। ਗੱਲ ਉੱਥੇ ਇਹੀ ਖੜੀ ਆ ਵੀ ਜਿੰਨਾ ਟਾਈਮ ਸਰਕਾਰ ਉਸ ਨੂੰ ਚੈਲੰਜ ਕਰਕੇ ਖਤਮ ਨਹੀਂ ਕਰਾਉਂਦੀ, ਨਵੀਂ ਇਨਵੈਸਟੀਗੇਸ਼ਨ, ਨਵੀਆਂ 100 ਟੀਮਾਂ ਬਣ ਜਾਣ, 50 ਬਣ ਜਾਣ, ਕੋਈ ਨਤੀਜਾ ਨਹੀਂ ਕੱਢ ਪਾਉਣਗੀਆਂ ਬਾਈ। ਪਿਛਲੇ ਦਿਨੀ ਇੱਕ ਵਿਵਾਦਿਤ ਅਰਦਾਸ ਹੋਈ ਆ, ਪਰੋਲ ਮਿਲੀ ਆ ਡੇਰਾ ਪ੍ਰਮੁੱਖ ਨੂੰ 48 ਘੰਟਿਆਂ ਦੀ, ਕਿਤੇ ਨਾ ਕਿਤੇ ਤਾਰ ਸਾਰੇ ਜੁੜਦੇ, ਜਿਵੇਂ ਕੇਸ ਦੇ ਵਿੱਚ ਤਾਰਾਂ ਜੁੜੀਆਂ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਆ ਬਾਈ। ਜੇ ਕੇਸ ਦੀ ਇਸ ਆਪਾਂ ਬੇਅਦਬੀ ਦੀ ਗੱਲ ਕਰਦੇ ਹਾਂ, 2007 ਤੋਂ ਸ਼ੁਰੂ ਹੁੰਦੀ ਆ। ਡੇਰੇ ਵਾਲਾ ਪੋਸ਼ਾਕ ਪਾਉਂਦਾ, ਪੋਸ਼ਾਕ ਤੋਂ ਬਾਅਦ ਉਹਦੇ ਮਤਲਬ ਐਕਟਿਵ ਹੁੰਦੇ ਆ ਇੱਧਰ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਉਹਦੇ ਡੇਰੇ ਦੇ ਜਿਹੜੇ ਉਹ ਆਪਣੇ ਦੀਵਾਨਾਂ ਤੋਂ ਬਾਅਦ ਆਪਦੇ ਲੋਕਟਾਂ ਦੀ ਮਤਲਬ ਸੜਦੇ ਉਹਨਾਂ ਨੂੰ ਨਾਲੀਆਂ 'ਚ, ਹੈ ਨਾ, ਜਿਹੜੇ ਉਹਦਾ ਚੰਨ ਬਣਾਇਆ ਹੁੰਦਾ। ਤਾਂ ਉਸ ਤੋਂ ਬਾਅਦ ਬੇਅਦਬੀ ਲਈ ਸਰੂਪ ਚੋਰੀ ਕੀਤਾ ਜਾਂਦਾ, ਬੇਅਦਬੀ ਹੁੰਦੀ ਆ, ਕਿਤੇ ਨਾ ਕਿਤੇ ਤਾਰ ਸਾਰੀ ਜੁੜਦੀ ਆ। ਸੋ ਅੱਜ ਵੀ ਪੰਜਾਬ ਦੇ ਵਿੱਚ ਲਾਂਬੂ ਲਾਉਣ ਵਾਲਾ ਜਿਹੜਾ ਬੰਦਾ, ਪੰਜਾਬ ਦੀਆਂ ਭਾਵਨਾਵਾਂ ਸਿੱਖ ਧਰਮ ਦੇ ਵਿੱਚ ਲਾਂਬੂ ਲਾਉਣ ਵਾਲਾ ਬੰਦਾ ਜੇਲ੍ਹ ਦੇ ਵਿੱਚ ਬਲਾਤਕਾਰ ਕੇਸ ਦੇ ਵਿੱਚ ਬੰਦ ਆ, ਤਾਂ ਉਹ ਇੱਕ ਵਾਰ ਨਹੀਂ 2 ਵਾਰ ਪਰੋਲ ਤੇ ਬਾਹਰ ਆ ਗਿਆ 3 ਸਾਲਾਂ ਦੇ ਵਿੱਚ। ਦੂਸਰੇ ਪਾਸੇ ਪੰਜਾਬ ਦੇ ਲੋਕ, ਪੰਜਾਬ ਦੇ ਲਈ ਸੰਘਰਸ਼ ਕਰਨ ਵਾਲੇ 25-25 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਆ, ਜਿਨ੍ਹਾਂ ਤੇ ਅੱਜ ਤੱਕ ਕੋਈ ਕੇਸ ਵੀ ਨਹੀਂ ਹੈ, ਕੇਸ ਵੀ ਖਤਮ ਹੋ ਚੁੱਕੇ ਆ, ਉਹਨਾਂ ਨੂੰ ਫੇਰ ਪਰੋਲ ਨਹੀਂ ਮਿਲ ਰਹੀ, ਹਾਲਾਂਕਿ ਉਹਨਾਂ ਦੀ ਪੱਕੀ ਰਿਹਾਈ ਬਣਦੀ ਆ। ਤਾਂ ਇਹ ਬੰਦੇ ਨੂੰ ਸਰਕਾਰਾਂ ਦੀ ਸ਼ਹਿ ਤੇ ਪਰੋਲ ਮਿਲ ਰਹੀ ਆ। ਵਿਵਾਦਿਤ ਅਰਦਾਸ ਆਪਾਂ ਹਰ ਇੱਕ ਗੁਰੂ ਘਰ 'ਚ ਕਰਦੇ ਆ, ਚੰਗੇ ਮਾੜੇ ਦੁੱਖ ਸੁੱਖ ਦੀ ਅਰਦਾਸ ਕਰਦੇ ਆ। ਕਿਉਂ ਉਹਦੀ ਵੀਡੀਓ ਬਣੀ, ਕਿਉਂ ਉਸ ਅਰਦਾਸ ਦੀ ਵੀਡੀਓ ਉਹ ਵੀ ਕੁਆਲਿਟੀ ਦੇ ਮਤਲਬ ਬਣਾਈ ਗਈ ਆ, ਵੀਡੀਓ ਸਾਫ਼ ਸ਼ਬਦਾਂ ਦੇ ਵਿੱਚ ਬਣਾਈ ਜਾਂਦੀ ਹੈ। ਜਿਹੜਾ ਬੰਦਾ ਅਰਦਾਸ ਕਰਨ ਵਾਲਾ, ਉਹਦਾ ਉਸ ਤੋਂ ਬਾਅਦ ਬਾਣੇ ਦੇ ਵਿੱਚ ਬੰਦਾ ਅਰਦਾਸ ਕਰਨ ਵਾਲਾ, ਉਹਦਾ ਫੇਰ ਮਤਲਬ ਉਹਨੂੰ ਪਰਚੇ ਤੋਂ ਬਾਅਦ ਜਦੋਂ ਖਾਰਾ ਸਾਹਿਬ ਆਪਣੇ ਪਰਚਾ ਦਰਜ ਉਹਨਾਂ ਤੇ ਹੁੰਦਾ, ਉਹਨਾਂ ਦੇ ਕਹਿਣ ਤੇ ਜਾਂ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ, ਤਾਂ ਉਹ ਪਰਚੇ ਤੋਂ ਬਾਅਦ ਵੀ ਕਹਿ ਕੇ ਜਾਂਦਾ ਮੈਂ ਅਰਦਾਸ ਕੀਤੀ ਆ ਬਈ ਮੈਂ ਉਹਨਾਂ ਨੂੰ ਇੱਕ ਵਧੀਆ ਮੰਨਦਾ। ਉਹ ਸੰਤ ਕਹਿ ਰਿਹਾ ਉਹਨੂੰ। ਯਾਰ ਪੰਜਾਬ ਦੇ ਵਿੱਚ ਬੰਦੇ ਨੇ ਧਰਮ ਦੀ ਬੇਅਦਬੀ ਕਰਵਾਤੀ, ਪੰਜਾਬ ਦੇ ਲੋਕਾਂ ਦੇ ਵਿੱਚ ਅੱਗ ਲਾਤੀ, ਤੁਸੀਂ ਅੱਜ ਉਹਨੂੰ ਇੱਕ ਰੋਲ ਮਾਡਲ ਬਣ ਰਹੇ ਹੋ, ਉਹਦੇ ਲਈ ਉਸ ਗੁਰੂ ਘਰ 'ਚ ਅਰਦਾਸਾਂ ਕਰ ਰਹੇ ਹੋ ਜਿਹੜੇ ਉਹਨਾਂ ਨੇ ਅੰਗ ਪੜਵਾਤੇ, ਜਿਹੜੇ ਗੁਰੂ ਘਰ 'ਚ ਜਿਨ੍ਹਾਂ ਨੇ ਬੇਅਦਬੀ ਕਰਵਾਤੀ, ਉਸੇ ਤੋਂ ਤੁਸੀਂ ਉਹਨੂੰ ਬਾਹਰ ਆਉਣ ਦੀਆਂ ਅਰਦਾਸਾਂ ਕਰਦੇ ਹੋ। ਸੋ ਕਿਤੇ ਨਾ ਕਿਤੇ ਇਸ 'ਤੇ ਸਾਡੀ ਸ਼੍ਰੋਮਣੀ ਕਮੇਟੀ ਨੂੰ, ਜਥੇਦਾਰ ਨੂੰ ਉਦੋਂ ਨਹੀਂ ਬੋਲੇ, 2007 'ਚ ਨਹੀਂ ਬੋਲੇ, ਫੇਰ ਨਹੀਂ ਬੋਲੇ, 15 'ਚ ਨਹੀਂ ਬੋਲੇ, ਉਹ ਅੱਜ ਤੱਕ ਕਮ ਸੇ ਕਮ ਬੋਲ ਪੋ, ਅੱਜ ਤੱਕ ਕਮ ਸੇ ਕਮ ਉਸ 'ਤੇ ਆਪਣੀ ਜਥੇਦਾਰੀ ਦਿਖਾ ਦਿਓ, ਕੋਈ ਤਕੜਾ ਸਟੈਂਡ ਲੈ ਦਿਓ। ਉਹ ਬੰਦੇ ਆ ਅੱਜ ਇੱਕ ਬੋਲਦਾ, ਕੱਲ੍ਹ ਨੂੰ ਉਹ 4 ਉਹੋ ਜਿਹੇ ਮਤਲਬ ਪਖੰਡੀ ਖੜੇ ਕਰਕੇ ਸਾਹਮਣੇ ਕਰਨਗੇ, ਫਿਰ ਅਸੀਂ ਪੰਜਾਬ ਦੇ ਵਿੱਚ ਕੀ ਮੂੰਹ ਲੈ ਕੇ ਚੱਲਾਂਗੇ। ਸੁਖਰਾਜ ਤੁਸੀਂ ਸਮਾਂ ਦਿੱਤਾ, ਧੰਨਵਾਦ। ਜਾਂਦੇ ਜਾਂਦੇ ਬਾਪੂ ਜੀ ਤੋਂ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਆ। ਬਾਪੂ ਜੀ, ਜਿਹੜੀਆਂ ਸਿੱਖ ਸੰਗਤਾਂ ਗੀਆਂ ਜਾਂ ਜਿਹੜੇ ਲੋਕ ਇਹ ਮੁਲਾਕਾਤ ਨੂੰ ਦੇਖਣਗੇ, ਕੀ ਕਹਿਣਾ ਚਾਹੋਗੇ? ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਤੋਂ ਤਾਂ ਤੁਹਾਨੂੰ ਕੋਈ ਉਮੀਦ ਨਹੀਂ, ਲੋਕਾਂ ਨੂੰ ਕੁਝ ਕਹਿਣਾ ਚਾਹੋਗੇ? ਆਹੋ ਇਹ ਤਾਂ ਵੀ ਸਾਨੂੰ ਇਨਸਾਫ ਦਿਵਾਉਣ, ਵੀ ਜਥੇਬੰਦੀਆਂ ਦੁਆਰਾ ਕੋਈ ਦੁਆਰਾ ਇਨਸਾਫ ਤਾਂ ਸਾਨੂੰ ਮਿਲਣਾ ਚਾਹੀਦਾ। ਸਰਕਾਰਾਂ ਨੂੰ ਤਾਂ ਅਸੀਂ ਪਤਾ ਲੱਗ ਗਿਆ ਵੀ ਨਹੀਂ ਦਵਾਉਂਦੇ। ਹਾਂ, ਲੋਕਾਂ ਦੇ ਏਕੇ 'ਚ ਇਨਸਾਫ ਮਿਲੇ ਸਾਨੂੰ। ਕੋਈ ਯਾਦ ਹੋਰ ਸਾਂਝੀ ਕਰਨੀ ਚਾਹੁੰਦੇ ਹੋ ਭਾਈ ਕ੍ਰਿਸ਼ਨ ਭਗਵਾਨ ਦੀ? ਬਸ ਜੀ ਸਾਰੇ ਠੀਕ ਹੀ ਆ ਜਿਹੜੇ ਹੋ ਗਈਆਂ। ਇਦੋਂ ਗਾ ਮੈਂ ਤਾਂ ਬੋਲੇ ਨਹੀਂ ਜਾਂਦਾ, ਅੱਖਾਂ ਭਰ ਜਾਂਦੀਆਂ। ਪਹਿਲਾਂ ਜੇ ਮੈਂ ਇੱਕ ਹੋਰ ਗੱਲ ਕਰਨੀ ਚਾਹਾਂ ਵੀ ਪਹਿਲਾਂ 78 ਦਾ ਵੇਲਾ, 84 ਆਇਆ, ਖਾੜਕੂਬਾਦ ਆਇਆ, ਤੁਸੀਂ ਸੋਚਿਆ ਸੀ ਵੀ ਇਹ ਚੀਜ਼ ਮੁੜ ਵਾਪਰੂਗੀ ਪੰਜਾਬ ਦੇ ਵਿੱਚ? ਚਲੋ ਹੁਣ ਤੁਹਾਡੇ ਪਰਿਵਾਰ ਨਾਲ ਵੀ ਹੋਏਗਾ, ਪਰ ਕਦੇ ਸੋਚਿਆ ਸੀ ਵੀ ਇਹੋ ਜਿਹੀ ਚੀਜ਼ ਵੀ ਹੋਊਗੀ? ਨਹੀਂ ਜੀ, ਅਸੀਂ ਸੋਚਿਆ ਨਹੀਂ ਵੀ ਐ ਹੋਊਗਾ ਜਿਵੇਂ ਉਦੋਂ ਹੋ ਗਈ ਮੇਰੇ। ਸੋ ਇਹ ਇੱਕ ਰਿਪੋਰਟ ਸੀ ਬਾਬਲ ਕਲਾਂ ਗੋਲੀਕਾਂਡ ਨੂੰ ਲੈ ਕੇ। ਭਾਈ ਕ੍ਰਿਸ਼ਨ ਭਗਵਾਨ ਦੇ ਪਿਤਾ ਜੀ ਸੀ, ਸੁਖਰਾਜ ਸੀ। ਸੁਖਰਾਜ ਭਾਈ ਕ੍ਰਿਸ਼ਨ ਭਗਵਾਨ ਦੇ ਸਪੁੱਤਰ ਨੇ ਤੇ ਉਹਨਾਂ ਦੇ ਦਾਦਾ ਜੀ ਸੀ।
ਪਿਛਲੇ ਮਹੀਨੇ ਵੀ ਅਸੀਂ ਇਹ ਰਿਪੋਰਟ ਕੀਤੀ ਸੀ ਤੇ ਇੱਕ ਵਾਰ ਅਸੀਂ ਫਿਰ ਕਰੀ ਆ। ਹੋ ਸਕਦਾ ਹੈਗਾ ਵੀ ਲੋਕਾਂ ਦੀ ਜਿਹੜੀ ਯਾਦਦਾਸ਼ਤ ਆ ਹੁਣ ਲੋਕ ਨਾ ਭੁੱਲਣ, ਲੋਕਾਂ ਨੂੰ ਯਾਦ ਰੱਖਣਾ ਚਾਹੀਦਾ, ਕਿਉਂਕਿ ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਸੀ ਉਹ ਵਾਪਰੀ ਆ। ਪਰ ਵਾਪਰ ਗਈ, ਉਦੋਂ ਬਾਅਦ ਇਨਸਾਫ ਕਿੱਥੇ ਆ? ਇਨਸਾਫ ਲਈ ਇਹ ਪਰਿਵਾਰ ਨਹੀਂ, ਬਹੁਤ ਸਿੱਖ ਸੰਗਤਾਂ ਤੜਫ ਰਹੀਆਂ ਗੀਆਂ, ਇਨਸਾਫ ਮਿਲੂਗਾ, ਉਹਨਾਂ ਦੀਆਂ ਨਜ਼ਰਾਂ ਤਰਸ ਰਹੀਆਂ ਗੀਆਂ ਇਨਸਾਫ ਲਈ, ਪਰ ਇਨਸਾਫ ਕਿਤੇ ਨਹੀਂ, ਕਿਉਂਕਿ ਕੌਮ ਦੇ ਵਿੱਚ ਗਦਾਰ ਵੀ ਬਹੁਤ ਨੇ। ਅੱਗੇ ਫਿਰ ਹਾਜ਼ਰ ਹੋਵਾਂਗੇ ਇਸ ਖਬਰ ਦੇ ਨਾਲ, ਬਣੇ ਰਹਾਂਗੇ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।